पंजाब टुडे देख रहे दर्शकों का स्वागत है। मैं गुरलीन कौर लैके हाजिर हाँ पंजाब दा प्राइम टाइम। सब तो पहला रुख करते हैं अज दी मुख खबरों वाल, उस तो बाद गल करांगे इन्हां खबरों की विस्तार दे विच। दबके दा असर, अफसरां ने वापस लई हड़ताल, काम उत्ते परते PCS अधिकारी। लुधियाना च भारत जोड़ो यात्रा का विरोध, कांग्रेस भवन के बाहर लगे पोस्टर, लिखिया 1947 च देश तोड़िया, 20 लाख बेगुनाह मारे। राहुल गांधी ने कैंटर च कट्टी रात, सरहद तो शुरू हुई यात्रा। थाना सुल्तानपुर लोधी पुलिस नूं वड्डी कामयाबी मिली है। पुलिस ने 9 चोरी दे मोटरसाइकिलों समेत 5 मुलजमां नूं गिरफ्तार किया है। सुल्तानपुर लोधी विच भाजपा आगुआं ते वर्करां ने पंजाब सरकार दीआं नीतियां खिलाफ रोस प्रदर्शन किया। मुख्यमंत्री भगवंत मान दा पुतला फूकिया, कीती नारेबाजी। 40 मुक्तियां दी याद विच मेला मागी श्री मुक्तसर साहिब विखे लगण वाले जोड़ मेले दे सारे प्रबंध बारे दित्ती जानकारी। पंजाब दी भारत जोड़ो यात्रा दा गीत रिलीज, विरोधी पार्टियां नूं 30 दसंबर नूं श्रीनगर विच गलबात लई सद्दा, अकाली दल च शामिल नहीं होवेगा। किसानां मजदूरां दी जथेबंदी वल्लों प्रदूषण बोर्ड दे दफ्तरां दा कीता पंजाब पद्धरी घेराव। पंजाब दे मुख मंत्री भगवंत मान वल्लों हड़ताली अफसर नूं दित्ते गए अल्टीमेटम दा असर होया है। मुख मंत्री वल्लों हड़ताली अफसर नूं 2 वजे तक दा समा दित्ता सी ते 2 वजे तक ड्यूटी उत्ते ना परतण वाले अफसरां नूं सस्पेंड करन दे हुकम दित्ते सन। हुण अफसरां ने हड़ताल वापस लै लई है। यह ऐलान मुख मंत्री दे वधीक सकत्तर ए वेणु प्रसाद अते एसोसीएशन के प्रधान रजत ओबरॉय ने सांझे तौर ते कीता। उन्होंने कहा कि मुख मंत्री ने भरोसा दिता है कि किसी नाल धक्का नहीं होवेगा, पर भ्रष्टाचारियों खिलाफ मुहिम जारी रहेगी। PCS से प्रधान रजत ओबरॉय ने कहा है कि वो सरकार नाल होई गलबात तो संतुष्ट हन ते मुख मंत्री वल्लों उन्हां दी गल ध्यान नाल सुनण लई धन्नवादी हन। दस दिए कि RTA धालीवाल की गिरफ्तारी खिलाफ PCS अफसरां की समूहक छुट्टी कारण सरकारी दफ्तरां विच ताले लटक गए सन। अजिहे विच सरकारी दफ्तरां विच काम करवाउण आउण वाले लोग खुआर हो रहे सन। ਤੁਸੀਂ ਦੇਖ ਰਹੇ ਪੰਜਾਬ ਟੂਡੇ ਤੇ ਮੈਂ ਮਨਜਿੰਦਰ ਸਿੰਘ। ਜਿੱਥੇ ਕਿ ਸਰਕਾਰੀ ਆਫੀਸਰ ਜਿਹੜੇ ਹੜਤਾਲ ਤੇ ਗਏ ਨੇ, ਉੱਥੇ ਸਰਕਾਰ ਐਕਸ਼ਨ ਮੋਡ ਦੇ ਵਿੱਚ ਲੱਗ ਰਹੀ ਹੈ। ਮਾਨ ਸਾਹਿਬ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਜੋ ਸਰਕਾਰੀ ਆਫੀਸਰ 2 ਵਜੇ ਤੱਕ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਪਹੁੰਚ ਗਏ, ਉਹਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ। ਇਹ ਤਸਵੀਰਾਂ ਨੇ ਅੰਮ੍ਰਿਤਸਰ ਤਹਿਸੀਲ ਦੀਆਂ, ਜਿੱਥੇ ਕਿ ਅਦਾਲਤ ਵਿੱਚ ਲੋਕ ਕਈ ਤਰੀਕ ਭੁਗਤਣ ਵਾਸਤੇ ਪਹੁੰਚੇ ਹੋਏ ਨੇ। ਕਈਆਂ ਨੇ ਆਪਣੀ ਪੈਲੀ ਦਾ ਕੰਮ ਕਰਾਉਣਾ, ਕੋਈ ਤਹਿਸੀਲ ਦਾ ਕੰਮ ਕਰਵਾਉਣ ਵਾਸਤੇ ਪਹੁੰਚਿਆ। ਪਰ ਅੱਜ ਦੇਖ ਸਕਦੇ ਹੋ PN ਦੇ ਵੱਲੋਂ ਦਰਵਾਜ਼ੇ ਤੇ ਜ਼ਰੂਰ ਖੋਲੇ ਗਏ ਨੇ, ਪਰ ਇਹਨਾਂ ਦਰਵਾਜ਼ਿਆਂ ਦੇ ਅੰਦਰ ਆਫੀਸਰ ਜਾਂ ਕੋਈ ਲੀਡਰ ਨਹੀਂ ਬੈਠਾ ਹੋਇਆ ਤੇ ਲੋਕ ਖੱਜਲ ਖਰਾਬ ਹੋ ਰਹੇ ਨੇ। ਦੂਜੇ ਪਾਸੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਰਸ਼ ਆ। ਲੋਕ ਤਰਸਦੇ ਨੇ ਕਿ ਜਿਹੜਾ ਸਰਕਾਰੀ ਮੁਲਾਜ਼ਮਾਂ ਕੋਈ ਵੀ ਹੋਵੇ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲੋਕ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਤੁਸੀਂ ਕਿੱਦਾਂ ਦੇਖ ਰਹੇ ਹੋ ਕਿ ਜਿਹੜੀ ਹੜਤਾਲ ਚੱਲ ਰਹੀ ਹੈ, ਹੜਤਾਲ ਸਹੀ ਆ ਜਾਂ ਮਾਨ ਸਾਹਿਬ ਸਹੀ ਆ? खत्म हो गई हड़ताल। हड़ताल वापस हो गई, खत्म हो गई जे पता लग गया नहीं ਤੁਹਾਨੂੰ? ਨਹੀਂ, ਉਹ ਠੀਕ ਆ, ਪਰ ਜਿਹੜਾ 2 ਵਜੇ ਤੱਕ ਕਿਹਾ ਸੀ ਮਾਨ ਸਾਹਿਬ ਦੇ ਵੱਲੋਂ ਕਿ ਜਿਹੜੇ ਆਫੀਸਰ ਜਿੱਦਾਂ ਆ ਵੇਖ ਸਕਦੇ ਹੋ ਤੁਸੀਂ, ਆਪ ਦੇਖੋ ਕਿਤੇ ਕੋਈ ਆਫੀਸਰ ਨਹੀਂ ਆਇਆ ਤੇ ਲੋਕ ਬਾਹਰ ਖੱਜਲ ਖਰਾਬ ਹੋ ਰਹੇ ਨੇ। ਪ੍ਰਭੂ ਜੀ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ PCS ਲੋਬੀ ਹੈ, ਆਫੀਸਰ ਰੱਖਦੇ ਨੇ, ਜੇ ਇੱਕਦਮ ਅਲਟੀਮੇਟਮ ਤੇ ਇੱਕਦਮ ਵਾਪਸ ਆ ਜਾਣ ਤਾਂ ਇਹਨਾਂ ਦੀ ਇਨਸਲਟ ਹੈਗੀ ਆ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕੋਈ ਨਾ ਕੋਈ ਰਸਤਾ ਲੱਭਦੇ ਹੋਣਗੇ ਵੀ ਕਿਸੇ ਤਰੀਕੇ ਸਾਡੀ ਵੀ ਇੱਜ਼ਤ ਬਣੇ। ਉਹ ਹੁਣ ਸਾਨੂੰ ਪਤਾ ਲੱਗਾ ਵੀ ਅੱਧਾ ਘੰਟਾ ਹੋ ਗਿਆ, ਹੜਤਾਲ ਵਾਪਸ ਹੋ ਗਈ, ਖਤਮ ਹੋ ਗਈ। ਇਸ ਕਰਕੇ ਕੱਲ ਤੋਂ ਵਰਕਿੰਗ ਸ਼ੁਰੂ ਹੋ ਜਾਏਗੀ। ਪਰ ਲੱਗਦਾ ਕਿ ਇਦਾਂ ਹੜਤਾਲ ਤੇ ਜਾਣਾ ਸਹੀ ਸੀ? ਮੈਂ ਕਹਿੰਦਾ ਬਿਲਕੁਲ ਗਲਤ ਸੀ। ਹੜਤਾਲ ਦੇ ਹੱਕ 'ਚ ਹੈ ਹੀ ਨਹੀਂ। ਅਸੀਂ ਕਹਿੰਦੇ ਹੜਤਾਲ ਦੇ ਉੱਤੇ ਟੋਟਲੀ ਬੈਨ ਹੋਣਾ ਚਾਹੀਦਾ। ਹੋਰ ਦੱਸੋ? ਲੱਗਦਾ ਕਿ ਮਾਨ ਸਾਹਿਬ ਜੋ ਕਰੇ ਬਿਲਕੁਲ ਸਹੀ ਕਰੇ, ਕਿ ਰਿਸ਼ਵਤ ਲੈਣ ਵਾਲੇ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਭਾਜੀ ਹੋਣੀ ਚਾਹੀਦੀ ਹੈ। ਅਸੀਂ ਕਹਿੰਦੇ ਹੋਣੀ ਚਾਹੀਦੀ ਹੈ। ਸਿਸਟਮ 'ਚ ਇਹਨੂੰ ਟਾਈਮ ਲੱਗੇਗਾ ਕਿਉਂਕਿ ਬੜੇ ਚਿਰ ਦਾ ਸਿਸਟਮ ਖਰਾਬ ਹੈਗਾ ਤੇ ਕੰਟਰੋਲ ਹੋਣਾ ਚਾਹੀਦਾ। ਹੋਰ ਵੀ ਕਈ ਰੀਜ਼ਨ ਨੇ ਤੇ ਕੰਟਰੋਲ ਦਾ ਸਰਕਾਰ ਨੂੰ ਥੋੜਾ ਟਾਈਮ ਮਿਲਣਾ ਚਾਹੀਦਾ। ਸਭ ਕੁਝ ਹੋਣਾ ਚਾਹੀਦਾ। ਜੋ ਐਕਸ਼ਨ ਸਰਕਾਰ ਕਰ ਰਹੀ ਹੈ ਅੱਛਾ ਕਰ ਰਹੀ ਹੈ। ਬਿਲਕੁਲ ਜੀ, ਲੋਕ ਕਹਿ ਰਹੇ ਨੇ ਕਿ ਜੋ ਮਾਨ ਸਾਹਿਬ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਨੇ। ਜਿੱਥੇ ਲੋਕ ਸਵੇਰ ਦੇ 9 ਵਜੇ ਦੇ ਉੱਥੇ ਪਹੁੰਚੇ ਸਨ ਆਪਣਾ ਕੰਮ ਕਰਾਉਣ ਵਾਸਤੇ, ਪਰ ਉੱਥੇ ਹੀ ਕਈ ਲੋਕਾਂ ਨੂੰ ਜਿਹੜੀ ਕਿ ਕਾਫੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਿਆ। ਉੱਥੇ ਮਨਦੀਪ ਸਿੰਘ ਮੰਨਾ ਵੀ ਪਹੁੰਚੇ ਹੋਏ ਨੇ। ਗੱਲਬਾਤ ਹੋਰ ਵੀ ਲੋਕਾਂ ਦੇ ਨਾਲ ਅਸੀਂ ਕਰਾਂਗੇ ਕਿ ਲੋਕ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਨੇ, ਕਿਉਂਕਿ ਇਹ ਇੱਕ ਮਾਤਾ ਜੀ ਇੱਥੇ ਸਵੇਰ ਦੇ ਜੰਡਿਆਲੇ ਤੋਂ ਪਹੁੰਚੇ ਹੋਏ ਨੇ 9 ਵਜੇ ਦੇ। ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ। ਮਾਤਾ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਸਵੇਰ ਤਾਂ ਬੜਾ ਕੁਛ ਸਵੇਰ ਕੀ ਕਹੋਗੇ ਸਵੇਰ ਦੇ 9 ਵਜੇ ਤੁਸੀਂ ਆਏ? ਮੈਂ ਕਹਿੰਦੀ ਆ ਵੀ ਇੱਥੇ ਆਉਣ ਮੁਲਾਜ਼ਮ, ਜਿਹੜੇ ਅਧਿਕਾਰੀ ਨੇ ਆਉਣ, ਸਾਨੂੰ ਖੱਜਲ ਖੁਆਰ ਨਾ ਕਰਨ ਤੇ ਸਾਡਾ ਜੋ ਵੀ ਹੁਣ ਸਾਨੂੰ ਤਰੀਕ ਫੇਰ ਨਹੀਂ ਮਿਲੀ, ਫੇਰ ਸਾਨੂੰ ਆਉਣਾ ਪੈਣਾ ਆ। ਫੇਰ ਅਸੀਂ ਕਿੰਨੇ ਹੋ ਕੇ ਔਖੇ ਹੋ ਕੇ ਆਉਣਾ ਵਾ ਤੇ ਬਹੁਤ ਸਾਨੂੰ ਤੰਗ ਕਰ ਰਹੇ ਨੇ। ਮਾਤਾ ਜੀ ਵੱਲੋਂ ਇਹ ਵੀ ਗੱਲ ਕਹੀ ਹੈ ਕਿ ਮਾਨ ਸਾਹਿਬ ਜੋ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਨੇ ਤੇ ਜਿਹੜੇ
ਸਰਕਾਰੀ ਆਫੀਸਰ ਜਿਹੜੇ ਗਲਤ ਕੰਮ ਕਰਨਗੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ। ਤੇ ਹਜੇ ਤੱਕ 2 ਤੋਂ ਉੱਪਰ ਟਾਈਮ ਹੋ ਗਿਆ, ਪਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਹਜੇ ਇੱਥੇ ਨਹੀਂ ਪਹੁੰਚੇ। ਕੈਮਰਾਮੈਨ ਜੈਰਾਮ ਦੇ ਨਾਲ ਮਨਜਿੰਦਰ ਸਿੰਘ, ਪੰਜਾਬ ਟੂਡੇ, ਅੰਮ੍ਰਿਤਸਰ। ਮੇਰਾ ਨਾਮ ਗੁਰਨਾਮ ਸਿੰਘ ਵਿਰਕ, ਮੈਂ ਸੂਬਾ ਪ੍ਰਧਾਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ। ਅਸੀਂ ਜੋ ਪੀਸੀਐਸ ਅਫਸਰ ਐਸੋਸੀਏਸ਼ਨ ਵੱਲੋਂ 9 ਤਰੀਕ ਤੋਂ ਜਿਹੜਾ ਸਮੂਹ ਛੁੱਟੀ ਜਾਣ ਦਾ ਫੈਸਲਾ ਕੀਤਾ ਸੀ, ਇੱਕ ਪੀਸੀਐਸ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਆਰਟੀਏ ਲੁਧਿਆਣਾ ਔਰ ਇੱਕ ਮੈਡਮ ਨੀਲਮਾ ਆਈਏਐਸ, ਜਿਨ੍ਹਾਂ ਦੇ ਖਿਲਾਫ ਰੂਲਾਂ ਤੋਂ ਬਾਹਰ ਜਾ ਕੇ ਜਿਹੜਾ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ, ਉਹਦੇ ਰੋਸ ਵਜੋਂ ਉਹਨਾਂ ਨੇ ਸਮੂਹ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਸੀ। ਕਿਉਂਕਿ ਅਸੀਂ ਅਜਿਹੀਆਂ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਜਦੋਂ ਕਿਸੇ ਅਫਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਬਾਉਣ ਦਾ ਕੋਈ ਕਰਦੀਆਂ ਤਾਂ ਅਸੀਂ ਇਸ ਦੇ ਵਿਰੁੱਧ ਖੜ੍ਹਦੇ ਹਾਂ। ਅਸੀਂ ਬਿਲਕੁਲ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਮਾਨ ਸਰਕਾਰ ਨੂੰ ਕਲੀਅਰ ਕਿਹਾ ਸੀ ਤੁਹਾਡੀ ਜਿਹੜੀ ਇਹ ਮੁਹਿੰਮ ਆ ਕਰਪਸ਼ਨ ਦੇ ਖਿਲਾਫ, ਅਸੀਂ ਕਰਪਸ਼ਨ ਦੇ ਖਿਲਾਫ ਬਿਲਕੁਲ ਤੁਹਾਡਾ ਨਾਲ ਸਾਥ ਦੇ ਰਹੇ ਹਾਂ, ਤੁਹਾਡੇ ਨਾਲ ਖੜ੍ਹੇ ਹਾਂ। ਅਸੀਂ ਜੋ ਹੋਰ ਵੀ ਕੋਈ ਲੋਕ ਹੈਗੇ ਹਜੇ ਵੀ ਕੋਈ 1-2% ਹੈ ਤਾਂ ਅਸੀਂ ਉਹਨਾਂ ਨੂੰ ਹਜੇ ਵੀ ਇਹ ਕਹਿੰਦੇ ਕਿ ਕਰਪਸ਼ਨ ਬਿਲਕੁਲ ਬੰਦ ਕਰ ਦੇਣ। ਅਸੀਂ ਉਸ ਜਿਹੜਾ ਰੂਲਾਂ ਨੂੰ ਨਾ ਫੋਲੋ ਕਰਕੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਫੜਿਆ ਗਿਆ ਸੀ ਤਾਂ ਉਹਦੇ ਜੋ ਫੈਸਲਾ ਲਿਆ ਗਿਆ ਸੀ ਉਹਦੇ ਤਹਿਤ ਸਾਡੇ ਡੀਸੀ ਦਫ਼ਤਰਾਂ ਦੇ ਕਾਮਿਆਂ ਨੇ ਵੀ 9 ਤਰੀਕ ਤੋਂ ਸਮੂਹ ਛੁੱਟੀ ਤੇ ਉਹਨਾਂ ਦੇ ਸਮਰਥਨ ਵਿੱਚ ਜਾਣ ਦਾ ਫੈਸਲਾ ਕੀਤਾ ਸੀ ਤੇ ਅੱਜ ਤੱਕ ਉਹ ਚੱਲਦਾ ਰਿਹਾ ਹੈ। ਅਗਲਾ ਫੈਸਲਾ ਕੀ ਹੈ? ਅਗਲਾ ਫੈਸਲਾ ਜੋ ਅੱਜ ਪੀਸੀਐਸ ਅਫਸਰ ਐਸੋਸੀਏਸ਼ਨ ਤੇ ਆਈਐਸ ਐਸੋਸੀਏਸ਼ਨ ਦੀ ਜੋ ਮੀਟਿੰਗ ਹੋਈ ਆ ਸਰਕਾਰ ਦੇ ਲੈਵਲ ਤੇ, ਉਹਦੇ ਵਿੱਚ ਉਹਨਾਂ ਵੱਲੋਂ ਜੋ ਫੈਸਲਾ ਲਿਆ ਗਿਆ, ਕਿਉਂਕਿ ਅਸੀਂ ਤਾਂ ਸਮਰਥਨ ਉਹਨਾਂ ਦੇ ਨਾਲ ਸੀ, ਉਹਨਾਂ ਵੱਲੋਂ ਫੈਸਲਾ ਇਹ ਕੀਤਾ ਗਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਸੁਣਿਆ ਗਿਆ ਹੈਗਾ ਔਰ ਹਫ਼ਤੇ ਦੇ ਵਿੱਚ ਜੋ ਪਹਿਲਾਂ ਤੋਂ 2, 4, 5, 7 ਸਾਲ ਤੋਂ ਜਿੰਨੀਆਂ ਚੱਲ ਰਹੀਆਂ ਸੀ ਇਨਕੁਆਇਰੀਆਂ ਜਾਂ ਜਿਨ੍ਹਾਂ ਕੇਸਾਂ ਦੇ ਵਿੱਚ ਹਾਈ ਕੋਰਟ, ਮਾਣਯੋਗ ਹਾਈ ਕੋਰਟ ਜਾਂ ਹੋਰ ਇਨਕੁਆਇਰੀਆਂ ਦੇ ਵਿੱਚ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਗਲਤ ਸਾਬਤ ਹੋਈ ਆ ਤਾਂ ਉਹਨਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਲਈ ਜੋ ਉਹਨਾਂ ਵੱਲੋਂ ਪ੍ਰਪੋਜ਼ਲ ਰੱਖੀ ਗਈ ਆ, ਸਰਕਾਰ ਨੂੰ ਹਫ਼ਤੇ ਦਾ ਟਾਈਮ ਉਹਦੇ ਵਿੱਚ ਦਿੱਤਾ ਗਿਆ ਤੇ ਔਰ ਉਹਨਾਂ ਨੇ ਸਮੂਹ ਛੁੱਟੀ ਦਾ ਫੈਸਲਾ ਵਾਪਸ ਲੈਣ ਦਾ ਫੈਸਲਾ ਕੀਤਾ। ਅਸੀਂ ਉਹਨਾਂ ਦੇ ਫੈਸਲੇ ਦੇ ਪਹਿਲਾਂ ਹੀ ਸਮਰਥਨ ਦੇ ਵਿੱਚ ਸੀ ਤੇ ਇਸ ਫੈਸਲੇ ਦੇ ਵਿੱਚ ਵੀ ਉਹਨਾਂ ਦੇ ਨਾਲ ਸਮਰਥਨ 'ਚ ਅਸੀਂ ਉਹ ਜਿਹੜਾ ਆਪਣਾ ਡੀਸੀ ਦਫ਼ਤਰ ਦੇ ਕੰਮ ਦਾ ਸਮੂਹ ਛੁੱਟੀ ਜਾਣ ਦਾ ਫੈਸਲਾ ਸੀ, ਅਸੀਂ ਉਹਨੂੰ ਵਾਪਸ ਲੈਂਦੇ ਹਾਂ। ਥੈਂਕ ਯੂ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਪੰਜਾਬ ਵਿੱਚ ਦਾਖਲ ਹੋ ਗਈ ਹੈ। ਯਾਤਰਾ ਭਲਕੇ ਲੁਧਿਆਣਾ ਪਹੁੰਚੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਮਹਾਨਗਰ ਵਿੱਚ ਵਿਰੋਧ ਸ਼ੁਰੂ ਹੋ ਚੁੱਕਿਆ ਹੈ। ਲੁਧਿਆਣਾ 'ਚ ਕਾਂਗਰਸ ਭਵਨ ਦੇ ਬਾਹਰ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਤੇ ਕਿਸੇ ਅਣਪਛਾਤੀ ਵਿਅਕਤੀ ਵੱਲੋਂ ਪੋਸਟਰ ਚਿਪਕਾਏ ਗਏ ਹਨ। ਪੋਸਟਰ ਤੇ ਲਿਖਿਆ ਗਿਆ ਹੈ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਜਵਾਬ ਦੇਣ ਕਿ 1947 'ਚ ਭਾਰਤ ਦੀ ਵੰਡ ਹੋਈ ਸੀ। 20 ਲੱਖ ਨਿਰਦੋਸ਼ ਮਾਰੇ ਗਏ। 1984 ਵਿੱਚ ਸਿੱਖ ਵਿਰੋਧੀ ਦੰਗਿਆਂ ਵਿੱਚ ਸੈਂਕੜੇ ਬੇਗੁਨਾਹ ਲੋਕ ਮਾਰੇ ਗਏ ਸਨ। 1984 ਵਿੱਚ ਕਾਂਗਰਸ ਨੇ ਸਿੱਖ ਸਮਾਜ ਨੂੰ ਤੋੜਨ ਦਾ ਕੰਮ ਕੀਤਾ। 1984 ਵਿੱਚ ਸਿੱਖ ਸਮਾਜ ਨੂੰ ਤੋੜਨ ਅਤੇ 1947 ਵਿੱਚ ਦੇਸ਼ ਨੂੰ ਤੋੜਨ ਦਾ ਕੰਮ ਕਾਂਗਰਸ ਨੇ ਕੀਤਾ। ਰਾਹੁਲ ਗਾਂਧੀ ਨੇ ਕੇਂਦਰ 'ਚ ਕੱਟੀ ਰਾਤ ਸਰਹੰਦ ਤੋਂ ਸ਼ੁਰੂ ਹੋਈ ਯਾਤਰਾ। ਇਤਿਹਾਸਿਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅੱਜ ਭਾਰਤ ਜੋੜੋ ਯਾਤਰਾ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸਰਹੰਦ ਮੰਡੀ ਤੋਂ ਭਾਰਤ ਜੋੜੋ ਯਾਤਰਾ ਦਾ ਆਗਾਜ਼ ਕੀਤਾ ਗਿਆ ਤੇ ਕਰੀਬ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਉਪਰੰਤ ਇਹ ਯਾਤਰਾ ਵਿਸ਼ਰਾਮ ਕਰਨ ਲਈ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਪਹੁੰਚੀ, ਜਿੱਥੇ ਸਭ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਤਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਤਰਾ ਰੋਜ਼ਾਨਾ 25 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਇਸ ਤੋਂ ਬਾਅਦ ਇਹ ਯਾਤਰਾ ਖੰਨਾ ਤੇ ਉਸ ਤੋਂ ਬਾਅਦ ਲੁਧਿਆਣਾ ਪਹੁੰਚੇਗੀ ਅਤੇ ਫਿਰ ਆਪਣੇ ਅਗਲੇ ਪੜਾਅ ਵੱਲ ਵਧਦੀ ਜਾਵੇਗੀ। ਸਿਆਸੀ ਮਕਸਦ ਨਾਲ ਇਹ ਯਾਤਰਾ ਦਾ ਆਗਾਜ਼ ਨਹੀਂ ਕੀਤਾ ਗਿਆ, ਬਲਕਿ ਇਹ ਯਾਤਰਾ ਦਾ ਮਕਸਦ ਹੀ ਕੁਝ ਹੋਰ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਸਾਰੇ ਮੁੱਦਿਆਂ ਦੀ ਗੱਲ ਆਪਾਂ ਭਾਰਤ ਜੋੜੋ ਯਾਤਰਾ ਤੋਂ ਬਾਅਦ ਹੀ ਕਰਾਂਗੇ। ਉੱਥੇ ਹੀ ਕਾਂਗਰਸ ਦੇ ਦਿੱਗਜ ਆਗੂ ਜੈ ਰਾਮ ਰਮੇਸ਼ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਦਾ ਮਕਸਦ ਸਿਆਸੀ ਨਹੀਂ ਬਲਕਿ ਪੂਰੇ ਭਾਰਤ ਨੂੰ ਇਕਜੁੱਟ ਕਰਨਾ ਹੈ। ਇਹ ਯਾਤਰਾ ਦੇ ਅੰਤਿਮ ਪੜਾਅ ਦੇ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਪ੍ਰਧਾਨ ਵੱਲੋਂ ਖਿਆਲੀ ਪਾਰਟੀਆਂ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ ਅਕਾਲੀ ਦਲ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ 15 ਜਨਵਰੀ ਨੂੰ ਜਲੰਧਰ ਵਿਖੇ ਰਾਹੁਲ ਗਾਂਧੀ ਖੁਦ ਪ੍ਰੈਸ ਕਾਨਫਰੰਸ ਕਰ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦੇਣਗੇ, ਜਿਸ ਪੰਜਾਬੀ ਮੀਡੀਆ ਨੂੰ ਪਹਿਲ ਦਿੱਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਪ੍ਰੈਸ ਨੂੰ ਸੰਬੋਧਨ ਕੇਂਦਰ ਅਤੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ। ਤੋਂ ਜਾਨੀ ਕਿ ਫਤਿਹਗੜ੍ਹ ਸਾਹਿਬ ਤੋਂ ਨਕਮਸਤਕ ਹੋ ਕੇ ਉਸ ਜਗ੍ਹਾ ਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਕੌਮ ਦੇ ਪਿੱਛੇ ਸ਼ਹਾਦਤ ਦਿੱਤੀ, ਨਾ ਕੇਵਲ ਸ਼ਹਾਦਤ ਦਿੱਤੀ, ਸਾਨੂੰ ਇੱਕ ਸੂਰਮਾ ਬਣਾਉਣ ਦਾ ਕੰਮ ਕੀਤਾ। ਸੋ ਮੈਂ ਸਮਝਦਾ ਕਿ ਉਸ ਧਰਤੀ ਤੋਂ ਇਹ ਯਾਤਰਾ ਸ਼ੁਰੂ ਹੋਈ ਹੈ ਜਿੱਥੇ
ਆਪਣੇ ਆਪ ਦੇ ਵਿੱਚ ਜਿਹੜਾ ਵਿਅਕਤੀ ਚਲਾ ਜਾਂਦਾ ਹੈ ਜਾਂ ਨਤਮਸਤਕ ਹੋ ਜਾਂਦਾ, ਉਹ ਇੱਕ ਨਵੀਂ ਸ਼ਕਤੀ ਤੇ ਨਵੀਂ ਪ੍ਰੇਰਨਾ ਲੈ ਕੇ ਉੱਥੋਂ ਆਉਂਦਾ। ਸੋ ਕੱਲ ਵੀ, ਹਾਲਾਂਕਿ ਅੱਜ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਜੇ ਕਈ ਵਾਰੀ ਸਲਾਹ ਮਸ਼ਵਰਾ ਲਿਆ ਜਾਂਦਾ ਹੈ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੁਰਦੁਆਰਾ ਸਾਹਿਬ ਜਦੋਂ ਫਤਿਹਗੜ੍ਹ ਸਾਹਿਬ ਤੋਂ ਯਾਤਰਾ ਸ਼ੁਰੂ ਹੋਣੀ ਸੀ ਤੇ ਸ਼ਾਇਦ ਅੰਮ੍ਰਿਤਸਰ ਸਾਹਿਬ ਅਗਰ ਕੋਈ ਹੋਰ ਵਿਅਕਤੀ ਹੁੰਦਾ ਤਾਂ ਉਹ ਕਹਿੰਦਾ ਕਿ ਯਾਤਰਾ ਉੱਥੇ ਜਾ ਹੀ ਨਹੀਂ ਰਹੀ ਤੇ ਜਲੰਧਰ ਤੋਂ ਚਲੇ ਜਾਣਾ, ਕਿਉਂਕਿ ਗੁਰਦੁਆਰਾ ਸਾਹਿਬ ਇਹ ਬਹੁਤ ਵੱਡੀ ਸ਼ਹਾਦਤ ਹੈ ਜਿੱਥੇ ਸਾਰਾ ਪੰਜਾਬ ਤੇ ਸਾਰੀ ਦੁਨੀਆ ਇਸ ਜਗ੍ਹਾ ਨੂੰ ਮੰਨਦੀ ਹੈ। ਲੇਕਿਨ ਰਾਹੁਲ ਗਾਂਧੀ ਜੀ ਨੇ ਕੱਲ ਵਿਸ਼ੇਸ਼ ਤੌਰ ਤੇ ਇਹ ਕਿਹਾ ਕਿ ਨਹੀਂ, ਮੈਂ ਸਭ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਫੇਰ ਨਕਮਸਤਕ ਹੋ ਕੇ ਇੱਥੇ ਆਵਾਂਗਾ, ਯਾਤਰਾ ਸਟਾਰਟ ਕਰਾਂਗਾ। ਸੋ ਬਹੁਤ ਵੱਡੀ ਇਹ ਪ੍ਰੇਰਨਾ ਹੈ ਸਾਡੇ ਵਾਸਤੇ। ਤੇ ਅੱਜ ਰੋਜ਼ਾ ਸ਼ਰੀਫ ਵੀ ਜਾ ਕੇ ਆਏ ਔਰ ਰਾਸਤੇ ਦੇ ਵਿੱਚ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਅੱਜ ਹੁਣ 13-14 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਅਸੀਂ ਇੱਥੇ ਹੁਣ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਤਕਰੀਬਨ 3 ਵਜੇ ਲਗਭਗ ਇਹ ਯਾਤਰਾ ਦੁਬਾਰੇ ਸਟਾਰਟ ਹੋਏਗੀ ਔਰ ਜਿਹੜਾ ਅੰਤਿਮ ਸਾਡਾ ਪੜਾਅ ਹੋਏਗਾ ਉਹ ਖੰਨਾ ਵਿਖੇ ਹੋਏਗਾ। ਅਗਲੇ ਦਿਨ ਫਿਰ ਦੁਬਾਰਾ ਇਹ ਯਾਤਰਾ 12 ਤਰੀਕ ਨੂੰ ਸ਼ੁਰੂ ਹੋਏਗੀ। 12 ਤਰੀਕ ਇਹ ਯਾਤਰਾ ਲਗਾਤਾਰ ਜਿੱਥੋਂ ਅਸੀਂ ਸਟਾਰਟ ਕਰਾਂਗੇ 24.5 ਕਿਲੋਮੀਟਰ ਹੈ, ਯਾਨੀ ਕਿ ਸਾਡਾ ਅਖੀਰਲਾ ਪੜਾਅ ਅਸੀਂ ਲੰਚ ਨਹੀਂ ਕਰਾਂਗੇ ਦੂਸਰੇ ਦਿਨ, ਯਾਨੀ ਕਿ 12 ਤਰੀਕ ਨੂੰ ਕੋਈ ਲੰਚ ਬ੍ਰੇਕ ਨਹੀਂ ਹੈ। 24 ਕਿਲੋਮੀਟਰ 5 ਪੁਆਇੰਟ ਲਗਾਤਾਰ ਯਾਤਰੀ ਤੇ ਯਾਤਰਾ ਚੱਲੇਗੀ। ਤੇਰਾ ਸਮਾਪਨ ਯਾਨੀ ਕਿ ਇੱਕ ਪਬਲਿਕ ਮੀਟਿੰਗ ਨੂੰ ਐਡਰੈਸ ਕਰਦਿਆਂ ਹੋਇਆ ਸਮਰਾਲਾ ਚੌਕ ਵਿਖੇ ਉੱਥੇ ਰਾਹੁਲ ਗਾਂਧੀ ਜੀ ਜਿਹੜੇ ਲੋਕ ਯਾਤਰੀ ਚੱਲਣਗੇ ਤੇ ਸਮਰਾਲਾ ਚੌਕ ਦੇ ਵਿੱਚ ਆਪਦਾ ਸੰਬੋਧਨ ਕਰਦੇ ਯਾਤਰਾ ਦਾ ਸਮਾਪਨ ਹੋਊਗਾ। 13 ਤਰੀਕ ਛੁੱਟੀ ਹੈ ਜੀ, ਲੋਹੜੀ ਵਾਲਾ ਤਿਉਹਾਰ ਹੈ। ਰਾਹੁਲ ਗਾਂਧੀ ਜੀ ਵਾਕ ਕਰਨਾ ਚਾਹੁੰਦੇ ਸੀ ਲੇਕਿਨ ਅਸੀਂ ਸਭ ਨੇ ਰਿਕੁਐਸਟ ਕੀਤੀ ਕਿ ਹਰ ਵਿਅਕਤੀ ਪੰਜਾਬ ਦੇ ਵਿੱਚ ਲੋਹੜੀ ਧੂਮਧਾਮ ਦੇ ਨਾਲ ਤੇ ਉਹਨਾਂ ਨੇ ਸਾਰਿਆਂ ਦੀਆਂ ਭਾਵਨਾਵਾਂ ਸਮਝਦੇ ਹੋਏ 13 ਤਰੀਕ ਦੀ ਛੁੱਟੀ ਹੈ। 13 ਤਰੀਕ ਨੂੰ ਯਾਤਰਾ ਨਹੀਂ ਹੋਏਗੀ, ਲੇਕਿਨ ਭਾਰਤ ਜੋੜੋ ਯਾਤਰੀ ਹੈ ਜਿਹੜੇ ਸਾਰੇ ਉਹ ਲਾਡੋਵਾਲਾ ਚੌਕ 'ਚ ਟੋਲ ਵਿਖੇ ਉੱਥੇ ਸਾਰੇ ਰਹਿਣਗੇ 12 ਨੂੰ ਵੀ ਔਰ 13 ਨੂੰ ਵੀ। ਔਰ ਫਿਰ 14 ਦੀ ਸਵੇਰ ਫਿਰ ਹਮੇਸ਼ਾ ਦੀ ਤਰ੍ਹਾਂ ਉਹੀ ਜੋ ਟਾਈਮ ਅੱਜ 6 ਵਜੇ ਹੀ ਚੱਲਣਾ ਚਾਹੁੰਦੇ ਸੀ ਰਾਹੁਲ ਗਾਂਧੀ ਜੀ, ਲੇਕਿਨ ਸਿਕਿਉਰਿਟੀ ਰੀਜ਼ਨਸ ਕਰਕੇ ਕਿਸੇ ਨੇ ਚਿੱਠੀ ਲਿਖੀ ਡੀਜੀਪੀ ਨੇ ਕਿ ਧੁੰਦ ਹੋਣ ਕਰਕੇ ਅਸੀਂ ਚਾਹੁੰਦੇ ਕਿ ਵਿਜ਼ਿਬਿਲਿਟੀ ਘੱਟ ਹੈ ਤੇ ਤੁਸੀਂ 7 ਵਜੇ ਜਾਂ 7:30 ਦੀ ਯਾਤਰਾ ਸ਼ੁਰੂ ਕਰੋ। ਤਾਂ ਫਿਰ 7 ਵਜੇ ਇਸ ਕਰਕੇ ਡਿਸਾਈਡ ਹੋਇਆ। 14 ਤਰੀਕ ਨੂੰ ਫਿਰ ਅਸੀਂ ਚੱਲਾਂਗੇ, ਫਿਰ ਕੋਨਿਕਾ ਰਿਜ਼ੋਰਟ ਸਾਡੀ ਯਾਤਰਾ ਸਮਾਪਤ ਹੋਏਗੀ ਪਹਿਲਾਂ ਦੀ ਤਰ੍ਹਾਂ। ਪਹਿਲਾਂ ਇੱਕ 14, 12, 13 ਕਿਲੋमीटर का टी ब्रेक ਤੇ ਫਿਰ ਸ਼ਾਮੀ 10 किलोमीटर ਦਾ ਪੜਾਅ तय करके एक टी ब्रेक। युवा साथी ने कहा है हमारे लिए तो संजीवनी है, नई उमंग नई उत्साह तो संगठन में दिखाई दे रही है, पर राजनीति में मैं समझता हूँ ये परिवर्तनकारी क्षण है। और ये आप देख रहे हैं मोदी सरकार की घोषणाओं में देख रहे हैं, आरएसएस की भाषा में आप देख रहे हैं, तो ये सब ये हम जानते हैं कि ये होने वाला है। आज एक एक करके राहुल गांधी भारत जोड़ो यात्रा कर रहे हैं, हद तक बीजेपी। आप राहुल जी से सवाल पूछिए, पर मैं अब तक आज ये कहूंगा कि भारत जोड़ो यात्रा ये चुनावी राजनीति के लिए नहीं निकाला गया है, ये विचारधाराओं को जो मुकाबला है, विचारधाराओं के बीच में जो टक्कर है उसके लिए निकाला गया है। चुनाव में क्या होगा इसका असर, बीजेपी क्या करेगी, मैं उस पर हम क्या कह सकते हैं। हम अपना धर्म निभा रहे हैं। हमारा धर्म है आर्थिक विषमताएं, सामाजिक ध्रुवीकरण और राजनीतिक तानाशाही से जो खतरा है वो जनता तक हमें पहुंचाना है। उसका क्या चुनाव पर नतीजा होगा, हम कैसे करेंगे चुनाव में, हम नहीं कह सकते। बीजेपी की क्या रणनीति होगी मैं नहीं कह सकता, पर मैं एक चीज़ मैं ज़रूर कह सकता हूँ, बीजेपी के पास चुनाव जीतने के लिए एक ही रणनीति है और वो है ध्रुवीकरण। पोलराइजेशन के अलावा और कुछ नहीं जानती चुनाव जीतने के लिए। चुनाव जीतने के लिए धर्म के नाम पर, भाषा के नाम पर, जाति के नाम पर, प्रांत के नाम पर कुछ भी
तरीका अपनाएगी ताकि समाज को बांटे, क्योंकि उनका बिल्कुल सिद्धांत है समाज को बांटना। बीजेपी यूनिफॉर्मिटी चाहती है, कांग्रेस यूनिटी चाहती है, यही फर्क है। मैडम, हमारे कांग्रेस अध्यक्ष मल्लिकार्जुन खड़गे जी ने विपक्ष पार्टियों को एक खत लिखा है, उनको निमंत्रण दिया है 30 तारीख को आप श्रीनगर आइए। श्रीनगर में एक मीटिंग हम करेंगे लाइक माइंडेड पार्टीज की, क्योंकि ये 30 जनवरी को हम श्रीनगर में हैं और 30 जनवरी सब लोग जानते हैं 75वां वर्षगांठ है, 75th एनिवर्सरी शहादत महात्मा गांधी जी की, और ये भारत जोड़ो यात्रा उन्हीं के मेमोरी में डेडिकेट किया गया है। तो इसीलिए खड़गे जी ने सभी नेताओं को, लाइक माइंडेड पार्टीज के नेताओं को खत लिखा है परसों कि आप आइए और हम बातचीत करेंगे अगला कदम क्या लेना है। पर अकाली दल को हमने आमंत्रण नहीं भेजा है, क्योंकि उनसे हमारी विचारधारा नहीं मिलती है। लाइक माइंडेड पार्टीज को हम आमंत्रण कर रहे हैं और वो शामिल हो रहे हैं 99। ਉਸ ਨੂੰ ਸੇਧ ਦੇਣ ਵਾਲੇ ਸਾਡੀ 9ਵੀਂ ਪਾਤਸ਼ਾਹੀ ਨੇ, ਤੁਹਾਨੂੰ ਮੈਂ ਦੱਸ ਰਿਹਾ ਜੈਰਾਮ ਜੀ, 9ਵੀਂ ਪਾਤਸ਼ਾਹ ਉਹਨਾਂ ਨੇ ਸ਼ਹਾਦਤ ਆਪਣੇ ਲੋਕਾਂ ਵਾਸਤੇ ਨਹੀਂ, ਫਰਿਆਦ ਲੈ ਕੇ ਕਸ਼ਮੀਰ ਤੋਂ ਆਏ ਹੋਏ ਕਸ਼ਮੀਰੀ ਬ੍ਰਾਹਮਣ ਸਨ, ਜਿਨ੍ਹਾਂ ਨੇ ਔਰੰਗਜ਼ੇਬ ਦੀ ਜਿਹੜੀ ਧੱਕੇ ਨਾਲ ਧਰਮ 'ਚ ਪਰਿਵਰਤਨ ਕਰਵਾ ਰਿਹਾ ਸੀ, ਕਿਰਪਾਨ ਦੇ ਨਾਲ ਉਹ ਚਾਹੁੰਦਾ ਸੀ ਕਿ ਪਰਿਵਰਤਨ ਕਰੀਏ, ਕਈਆਂ ਦੇ ਸੈਂਕੜਿਆਂ ਦੇ ਜਨਾਉ ਲਾਏ ਜਾਂਦੇ ਸੀ, ਉਹ ਫਰਿਆਦ ਦੇ ਵਿੱਚ ਸਾਰੇ ਹਿੰਦੁਸਤਾਨ ਜੇ ਉਹ ਕਿਸੇ ਕੋ ਆਏ ਤੇ 9ਵੀਂ ਪਾਤਸ਼ਾਹੀ ਦੇ ਦਰਬਾਰ 'ਚ, ਤੇ 9ਵੀਂ ਪਾਤਸ਼ਾਹੀ ਨੇ ਉਸ ਟਾਈਮ ਇਹ ਗੱਲ ਕਹੀ ਉੱਥੇ ਕਿ ਔਰੰਗਜ਼ੇਬ ਦੇ ਨਾਲ ਤੇ ਸਾਡੇ ਸੁਖਾਵੇਂ ਰਿਲੇਸ਼ਨਸ਼ਿਪ ਹੈ ਨਹੀਂ, ਸਾਡੇ ਸੁਖਾਵੇਂ ਹਾਲਾਤ ਹੈ ਨਹੀਂ, ਤੇ ਮੈਂ ਤੁਹਾਡੀ ਗੱਲ ਸੁਣਨ ਵਾਸਤੇ, ਤੁਹਾਡੀ ਐਡਵੋਕੇਸੀ ਕਰਨ ਵਾਸਤੇ ਮੈਂ ਕਿਹਨੂੰ ਕਰਨਾ। 10ਵੀਂ ਪਾਤਸ਼ਾਹੀ ਬਿਲਕੁਲ ਛੋਟੇ ਸਨ ਉਹ। 10ਵੀਂ ਪਾਤਸ਼ਾਹੀ ਨੇ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਨਾਲੋਂ ਬਿਹਤਰ ਹੋਰ ਕੌਣ ਹੋ ਸਕਦਾ। ਉਹ ਖੁਦ ਫਿਰ 10ਵੀਂ ਪਾਤਸ਼ਾਹੀ ਹੁਣਾਂ ਦੇ ਕਹਿਣ ਤੇ ਔਰੰਗਜ਼ੇਬ ਲਾਲ ਕਿਲੇ ਤੇ ਗਏ। ਸਾਰਾ ਇਤਿਹਾਸ ਤੁਸੀਂ ਬਹੁਤ ਚੰਗੀ ਤਰ੍ਹਾਂ, ਸਾਰਾ ਹਿੰਦੁਸਤਾਨ ਇਸ ਗੱਲ ਦਾ ਵਾਕਿਫ ਹੈ ਕਿ ਜਦੋਂ ਉਹਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ, ਉਸ ਤੋਂ ਬਾਅਦ ਸਮੁੱਚੇ ਹਿੰਦੁਸਤਾਨ ਨੇ ਜੈਰਾਮ ਜੀ ਉਹਨਾਂ ਨੂੰ ਪੰਜਾਬ ਦਾ ਨਹੀਂ ਜਾਂ ਇੱਕ ਧਰਮ ਦਾ ਨਹੀਂ, ਹਿੰਦ ਦੀ ਚਾਦਰ ਆਖਿਆ। ਜਿਹੜਾ ਸੰਦੇਸ਼ ਲੈ ਕੇ ਅੱਜ ਰਾਹੁਲ ਗਾਂਧੀ ਜੀ ਦੇਸ਼ ਨੂੰ ਜੋੜਨਾ ਚਾਹੁੰਦੇ ਨੇ, ਕੌਮਾਂ ਨੂੰ ਜੋੜਨਾ ਚਾਹੁੰਦੇ ਨੇ, ਫਿਰਕਿਆਂ ਨੂੰ ਜੋੜਨਾ ਚਾਹੁੰਦੇ ਨੇ, ਗਰੀਬ ਨੂੰ ਜ਼ੁਬਾਨ ਦੇਣਾ ਚਾਹੁੰਦੇ ਨੇ, ਇਹ ਹਮੇਸ਼ਾ ਪੰਜਾਬ ਨੇ ਦਿੱਤੀ। 10ਵੀਂ ਪਾਤਸ਼ਾਹੀ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਜਿਹੜੀ। ਸੁਲਤਾਨਪੁਰ ਲੋਧੀ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਤੇ ਨਾਲ ਹੀ ਕੀਤੀ ਨਾਅਰੇਬਾਜ਼ੀ। ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਵਿੱਚ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਲੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਤਲਵੰਡੀ ਪੁਲ ਚੌਕ ਵਿਖੇ ਇਕੱਠੇ ਹੋ ਕੇ ਸੀਐਮ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਲੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਵੱਡੇ ਪੱਧਰ ਤੇ ਵਾਅਦੇ ਕਰ ਰਹੀ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹੜਤਾਲ ਤੇ ਬੈਠੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਅਜੇ ਤੱਕ ਮਾਈਨਿੰਗ ਨੀਤੀ ਨਹੀਂ ਬਣਾ ਸਕੀ, ਜਿਸ ਕਾਰਨ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਮੈਂ ਕਰਨਜੀਤ ਸਿੰਘ ਆਲੀ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਤਲਵੰਡੀ ਰੋਡ ਤੇ ਭਗਵੰਤ ਮਾਨ ਸੀਐਮ ਉਹਨਾਂ ਦਾ ਪੁਤਲਾ ਫੂਕ ਕੇ ਜਿਹੜਾ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਜੋ ਭਗਵੰਤ ਮਾਨ ਜੀ ਜਦੋਂ ਤੋਂ ਸਰਕਾਰ ਦੇ ਵਿੱਚ ਆਏ ਆ, ਇੱਥੇ ਹਰ ਵਰਗ ਜਿਹੜਾ ਕਿ ਹੜਤਾਲਾਂ ਕਰ ਰਿਹਾ, ਕੋਈ ਸੜਕਾਂ ਤੇ ਬਹਿ ਰਿਹਾ, ਕੋਈ ਦਫ਼ਤਰਾਂ ਅੱਗੇ ਬਹਿ ਰਿਹਾ, ਕੋਈ ਕਿਤੇ ਬਹਿ ਰਿਹਾ। ਹੁਣ ਆ ਪਿੱਛੇ ਪੀਸੀਐਸ ਜਿਹੜੇ ਜਿੰਨੇ ਵੀ ਮੁਲਾਜ਼ਮ ਆ ਉਹ ਸਾਰੇ ਹੜਤਾਲਾਂ ਤੇ ਆ, ਤੇ ਉਹਦੇ 'ਚ ਕੀ ਆ ਵੀ ਜਿਹੜੇ ਆਮ ਲੋਕ ਆ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹੋ ਹੀ ਭਗਵੰਤ ਮਾਨ ਸੀ ਜਦੋਂ ਸਰਕਾਰ 'ਚ ਨਹੀਂ ਸੀ ਤੇ
ਉਸ ਟਾਈਮ ਇਹੋ ਹੀ ਸੜਕਾਂ ਤੇ ਬਹਿ ਕੇ ਸੋਸ਼ਲ ਮੀਡੀਆ ਤੇ ਇਹੋ ਹੀ ਗੱਲਾਂ ਕਰਦਾ ਸੀਗਾ ਵੀ ਵੇਖੋ ਆਪਾਂ ਬਦਲਾਅ ਲਿਆਉਣਾ, ਬਦਲਾਅ ਆਊਗਾ, ਪੰਜਾਬ ਦਾ ਭਲਾ ਹੋਊਗਾ। ਪਰ ਇਹਦੇ ਉਲਟ ਜਦੋਂ ਤੋਂ ਇਹ ਸੀਐਮ ਬਣਿਆ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਬੇੜਾ ਗਰਕ ਹੋ ਗਿਆ। ਜੇਕਰ ਅੱਜ ਕਿਸੇ ਵਰਗ 'ਚ ਵੀ ਤੁਸੀਂ ਚਲੇ ਜਾਓ, ਤੁਸੀਂ ਮੇਰੇ ਪੱਤਰਕਾਰ ਵੀਰ ਆ, ਜਾਣਦੇ ਆ, ਦੇਖਦੇ ਆ, ਹਰ ਵਰਗ ਸਰਕਾਰ ਤੋਂ ਦੁਖੀ ਹੋ ਚੁੱਕਾ। ਤੇ ਜੋ ਸਾਡੀ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਸੀਗੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ 'ਚ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕ ਨਜ਼ਾਰਾ ਕਰਨਾ ਸੀਗਾ, ਉਹਦੇ ਤਹਿਤ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਲਕਾ ਸੁਲਤਾਨਪੁਰ ਲੋਧੀ ਦੀ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਤਲਵੰਡੀ ਚੌਂਕ ਜਿਹੜਾ ਸਰਕਾਰ ਦਾ ਵਿਰੋਧ ਦੇ ਵਿੱਚ ਪੁਤਲਾ ਫੂਕਿਆ। ਤੇ ਅੱਗੇ ਤੋਂ ਵੀ ਅਸੀਂ ਜੇਕਰ ਕਿਸੇ ਨੂੰ ਵੀ ਖਾਸ ਕਰ ਸਾਡੇ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਜਾਂ ਸਾਡੇ ਵਰਕਰ ਨੂੰ ਜਾਂ ਕਿਸੇ ਤੇ ਵੀ ਕੋਈ ਮੁਸੀਬਤ ਜਾਂ ਕੋਈ ਮੁਸ਼ਕਲ ਆਉਂਦੀ ਆ ਤੇ ਸਾਡੀ ਪੂਰੀ ਲੀਡਰਸ਼ਿਪ ਇੱਕ ਸਾਥ ਹੋ ਕੇ ਉਹਦਾ ਵਿਰੋਧ ਕਰਾਂਗੇ ਤੇ ਸੁੱਤੀ ਸਰਕਾਰ ਨੂੰ ਜਿਹੜਾ ਜਗਾਵਾਂਗੇ। ਜਿਹੜੀ ਸਰਕਾਰ ਹੈ ਹਾਲੇ ਤੱਕ ਮਾਈਨਿੰਗ ਪਾਲਿਸੀ ਨਹੀਂ ਬਣਾ ਸਕੀ, ਇਹਦੇ ਕਰਕੇ ਜਿਹੜਾ ਰੇਟ ਬੱਚੇ ਦੇ ਭਾਅ ਬਹੁਤ ਜ਼ਿਆਦਾ ਆ। ਦੇਖੋ ਜੀ, ਇਹ ਜਿਹੜੀ ਗੱਲ ਆ ਨਾ, ਸਰਕਾਰ ਨੇ ਕੀ ਕੀਤਾ, ਇਹਨਾਂ ਦੇ ਜਿਹੜੇ ਇੱਥੋਂ ਦੇ ਨੁਮਾਇੰਦੇ ਵੀ ਆ ਪਿੱਛੇ ਥੋੜੇ ਦਿਨਾਂ ਦੀ ਗੱਲ ਆ, ਜਿਹੜੇ ਬੰਦੇ ਤਾਂ ਆਪਦੇ ਘਰ ਲਈ, ਕੋਈ ਗਰੀਬ ਬੰਦਾ ਕੋਈ ਰੇੜਾ 2 ਰੇੜੇ ਰੇਤਾ ਲਿਆਉਂਦਾ, ਉਹਨੂੰ ਫੜ ਕੇ ਤਾਂ ਪਰਚਾ ਕਰਦੇ ਆ ਤੇ ਅੰਦਰ ਕਰ ਦਿੰਦੇ ਆ, ਲੱਖ ਰੁਪਈਆ ਜੁਰਮਾਨਾ ਪਾਉਂਦੇ ਆ। ਤੇ ਜਿਹੜੀਆਂ ਟਰਾਲੇ ਵੱਡੇ ਜਿਹੜੇ ਵਾਕਿਆ ਹੀ ਕਿ ਬਲੈਕ ਕਰਦੇ ਆ ਰੇਤ ਦੀ, ਕਿਉਂਕਿ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਉਹਦਾ ਕਾਰਨ ਕੀ ਆ? ਕਾਰਨ ਆਪਾਂ ਸਾਰੇ ਸਮਝਦੇ ਆ, ਜੇਕਰ ਰੇੜੇ ਵਾਲੇ ਨੂੰ ਫੜਾਂਗੇ ਤਾਂ ਫੇਰ ਹੀ 2 ਨੰਬਰ ਦੀ ਵਿਕਣੀ ਆ, ਤੇ ਜੇ 2 ਨੰਬਰ ਦੀ ਵਿਕੂਗੀ ਤੇ ਫੇਰ ਹੀ ਇਹਨਾਂ ਲੋਕਾਂ ਤੱਕ ਪੈਸਾ ਪਹੁੰਚਣਾ। ਉਹ ਕੋਈ ਲੀਡਰ ਲਾ ਲਓ, ਜੇਕਰ ਆਮ ਆਦਮੀ ਦੇ ਲੀਡਰ ਦੀ ਗੱਲ ਕਰਦੇ ਸੱਜਣ ਸਿੰਘ ਦੀ। 40 ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਜੋੜ ਮੇਲੇ ਦੇ ਸਾਰੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਦਿੰਦੇ ਹੋਏ ਰੇਸ਼ਮ ਸਿੰਘ ਮੈਨੇਜਰ ਦਰਬਾਰ ਸਾਹਿਬ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 12 ਜਨਵਰੀ ਨੂੰ 40 ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅਖੰਡ ਪਾਠ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਏ ਜਾਣਗੇ। 13 ਅਤੇ 14 ਜਨਵਰੀ ਨੂੰ ਬਾਅਦ ਦੁਪਹਿਰ ਭਾਈ ਮਹਾ ਸਿੰਘ ਦੀਵਾਨ ਹਾਲ ਵਿੱਚ ਧਾਰਮਿਕ ਪ੍ਰੋਗਰਾਮ ਕੀਤੇ ਜਾਣ। 15 ਜਨਵਰੀ ਨੂੰ ਇੱਕ ਮਹਾਨ ਨਗਰ ਕੀਰਤਨ ਕੱਢਿਆ ਜਾਵੇਗਾ, ਜੋ ਕਿ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਮਾਪਤ ਹੋਵੇਗਾ ਅਤੇ 15 ਜਨਵਰੀ ਨੂੰ ਹੀ ਅੰਮ੍ਰਿਤਪਾਨ ਹੋਵੇਗਾ। ਸੰਗਤਾਂ ਲਈ ਰਹਿਣ ਅਤੇ ਲੰਗਰ ਪਾਣੀ ਦਾ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਥਾਂ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਹੋ ਗਿਆ ਜੀ 42 ਸਾਲ ਜੀ। ਇਹ ਗੁਰਦੁਆਰਾ ਟਿੱਬੀ ਸਾਹਿਬ ਹੈ ਜੀ, ਜਿੱਥੋਂ 10ਵੇਂ ਪਾਤਸ਼ਾਹ ਜੀ ਇੱਥੋਂ ਤੀਰ ਛੱਡ ਕੇ 40 ਸਿੰਘਾਂ ਦੀ ਜਿੱਤ ਪ੍ਰਾਪਤ ਕੀਤੀ ਹੈ। ਇਹ ਗੁਰਦੁਆਰਾ ਟਿੱਬੀ ਸਾਹਿਬ ਜਿੱਤ ਸਥਾਨ ਹੈ, ਜਿੱਥੇ 10ਵੇਂ ਪਾਤਸ਼ਾਹ ਜੀ ਇੱਥੋਂ ਜਾ ਕੇ ਬਦਾਵਾ ਪਾੜਿਆ। 40 ਮੁਕਤਿਆਂ ਦਾ ਬਦਾਵਾ ਉਸੇ ਤਰ੍ਹਾਂ ਨਵਾਜਿਆ ਸਿੰਘਾਂ ਨੂੰ, ਜਿਵੇਂ ਮੇਰਾ 5 ਹਜ਼ਾਰੀ ਸਿੰਘ ਆ, ਇਹ ਮੇਰਾ 10 ਹਜ਼ਾਰੀ ਆ, ਇਹ ਮੇਰਾ 20 ਹਜ਼ਾਰੀ ਸਿੰਘ ਆ। ਇੱਥੋਂ ਜਾ ਕੇ ਭਾਈ ਮਹਾਂ ਸਿੰਘ ਤੋਂ ਬਦਾਵਾ ਜਿਹੜਾ ਆਨੰਦਪੁਰ ਦਾ ਲਿਖਿਆ ਹੋਇਆ ਬਦਾਵਾ ਜਿਹੜਾ ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਜਿਹੜਾ ਸੀ ਉਹ ਪਾੜਿਆ ਸੀ। ਇੱਥੋਂ ਜਾ ਕੇ ਹੀ ਸਿੰਘਾਂ ਨੂੰ ਨਵਾਜਿਆ। ਇਹ ਗੁਰਦੁਆਰਾ ਟਿੱਬੀ ਸਾਹਿਬ ਹੈ। ਸਾਹਮਣੇ ਗੁਰਦੁਆਰਾ ਰਕਾਬ ਸਾਹਿਬ ਹੈ, ਜਿੱਥੇ 10ਵੇਂ ਪਾਤਸ਼ਾਹ ਜੀ ਦੇ ਘੋੜੇ ਦੀ ਰਕਾਬ ਟੁੱਟ ਗਈ ਸੀ। ਪਿਛਲੇ ਪਾਸੇ ਗੁਰਦੁਆਰਾ ਦਾਤਨ ਸਾਹਿਬ ਹੈ, ਜਿੱਥੇ 10ਵੇਂ ਪਾਤਸ਼ਾਹ ਜੀ ਦੇ ਨੂਰਦੀਨ ਨੇ ਮੁਸਲਮਾਨ ਨੇ ਸਾਹ ਕੇ ਵਾਰ ਕੀਤਾ ਸੀ। ਉਹ ਗੁਰਦੁਆਰਾ ਦਾਤਨ ਸਾਹਿਬ ਹੈ। ਉੱਥੇ ਜਾ ਕੇ ਹੀ ਜਿਹੜੀ ਯਾਤਰੂ ਜਾਂਦੇ ਨੇ 5 ਜੁੱਤੇ ਮਾਰ ਕੇ ਆਪਣੀ ਜਿਹੜੀ ਉਹ ਯਾਤਰਾ ਜਿਹੜੀ ਉਹ ਸਫਲ ਕਰਦੇ ਨੇ। ਇੱਥੇ ਪਾਵਨ ਸਥਾਨ 3 ਹੈ। ਉਧਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਮਾਤਾ ਭਾਗ ਕੌਰ ਜੀ ਤੇ ਬਾਬਾ ਸ਼ਹੀਦਾਂ ਸਿੰਘਾਂ ਦੀ ਜਗ੍ਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਾ ਪ੍ਰਾਈਮ ਟਾਈਮ ਦੇਖਣ ਲਈ ਤੇ ਸਾਰੀਆਂ ਮੁੱਖ ਖਬਰਾਂ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।